ਹੈਲੋ ਸਟੂਡੈਂਟਸ, ਅਟੋਮਿਕ ਸਟਰਕਚਰ ਤੋਂ ਹੀ ਲੈਸਨ ਕਰਦੇ ਪਏ ਸੀਗੇ ਜਿਹਦੇ 'ਚ ਅਟੋਮਿਕ ਸਟਰਕਚਰ ਦਾ ਜਿਹੜਾ ਹਿਸਟੋਰੀਕਲ ਬੈਕਗਰਾਉਂਡ ਸੀਗਾ ਤੁਸੀਂ ਪਹਿਲੇ ਉਹ ਕੀਤਾ। ਉਸ ਤੋਂ ਬਾਅਦ ਅੱਗੇ ਸਟੱਡੀ ਜਿਹੜੀ ਹੈ ਉਹ ਲਾਈਟ ਦੇ ਕੁਝ ਐਕਸਪੈਰੀਮੈਂਟਸ ਦੇ ਉੱਤੇ ਹੋਣੀ ਸ਼ੁਰੂ ਹੋਈ ਸੀ, ਜਿਹਦੇ 'ਚ ਮੈਂ ਤੁਹਾਨੂੰ ਲਾਈਟ ਦਾ ਇਲੈਕਟ੍ਰੋਮੈਗਨੈਟਿਕ ਜਿਹੜੀ ਵੇਵ ਥਿਊਰੀ ਦੇ ਅਕੋਰਡਿੰਗਲੀ ਦੱਸਿਆ ਸੀਗਾ ਕਿ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹਦਾ ਇੱਕ ਜਿਹੜਾ ਉਹ ਇਲੈਕਟ੍ਰਿਕ ਫੀਲਡ ਵੀ ਹੁੰਦਾ, ਮੈਗਨੈਟਿਕ ਫੀਲਡ ਵੀ ਹੁੰਦਾ, ਅਤੇ ਦੋਨੋਂ ਇੱਕ ਦੂਜੇ ਦੇ ਉੱਤੇ ਪਰਪੈਂਡੀਕੂਲਰ ਹੁੰਦੇ ਨੇ। ਅਤੇ ਇਹਨਾਂ ਦੇ ਵੇਵ ਕਰੈਕਟਰਸ ਜਿਹੜੇ ਨੇ ਉਹ ਮੈਂ ਤੁਹਾਨੂੰ ਡਿਸਕਸ ਕੀਤੇ ਸੀਗੇ, ਜਿਸ 'ਚ ਗੱਲ ਜਿਹੜੀ ਆ ਵੇਵ ਲੈਂਥ ਦੀ ਆਈ ਸੀਗੀ, ਦੈਟ ਇਜ਼ ਲੈਮਡਾ, ਫ੍ਰੀਕੁਐਂਸੀ ਦੀ ਆਈ ਸੀਗੀ, ਦੈਟ ਇਜ਼ ਨਿਊ, ਵੈਲੋਸਿਟੀ ਆਫ ਲਾਈਟ ਦੀ ਆਈ ਸੀ ਗੱਲਬਾਤ, ਦੈਟ ਇਜ਼ ਸੀ, ਐਂਡ ਸੀ ਵਾਜ਼ ਇਕੁਅਲ ਟੂ ਲੈਮਡਾ ਇਨਟੂ ਨਿਊ। ਇਹ ਰਿਲੇਸ਼ਨਸ਼ਿਪ ਆਲਰੇਡੀ ਤੁਹਾਨੂੰ ਦੱਸ ਚੁੱਕਾ ਮੈਂ। ਅੱਜ ਜਿਹੜਾ ਕੰਮ ਕਰਨਾ ਹੈ ਦੈਟ ਇਜ਼ ਇਲੈਕਟ੍ਰੋਮੈਗਨੈਟਿਕ ਸਪੈਕਟਰਮ, ਕਿ ਜਿਹੜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਮਤਲਬ ਜਿਹੜੀ ਲਾਈਟ ਸਾਡੇ ਤੱਕ ਪਹੁੰਚਦੀ ਹੈ ਉਹ ਜੇ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਅਰੇਂਜ ਕਰ ਲਈਏ ਅਕੋਰਡਿੰਗ ਟੂ ਇਟਸ ਫ੍ਰੀਕੁਐਂਸੀ ਐਂਡ ਵੇਵ ਲੈਂਥ, ਤੇ ਇੱਕ ਪਰਟੀਕੂਲਰ ਪੈਟਰਨ ਬਣੇਗਾ। ਉਸ ਪੈਟਰਨ ਨੂੰ ਅਸੀਂ ਜਿਹੜਾ ਸਪੈਕਟਰਮ ਕਹਿੰਦੇ, ਸਪੈਕਟਰਾ ਉਹਦਾ ਪੂਰਲ, ਸਪੈਕਟਰਮ ਮਨੇ ਸਿੰਗਲ ਜਿਹੜਾ ਅਰੇਂਜਮੈਂਟ ਹੁੰਦਾ। ਦਿਸ ਇਜ਼ ਅਰੇਂਜਮੈਂਟ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵਿਦ ਰਿਸਪੈਕਟ ਟੂ ਇਨਕਰੀਜ਼ਿੰਗ ਵੇਵ ਲੈਂਥ ਔਰ ਡਿਕਰੀਜ਼ਿੰਗ ਫ੍ਰੀਕੁਐਂਸੀ। ਵੇਵ ਲੈਂਥ ਦੇ ਵਾਧੇ ਨਾਲ ਤੇ ਫ੍ਰੀਕੁਐਂਸੀ ਦੇ ਘਾਟੇ ਦੇ ਨਾਲ ਉਹਨਾਂ ਦਾ ਅਰੇਂਜਮੈਂਟ, ਉਹਨਾਂ ਦਾ ਇੱਕ ਆਰਡਰ ਜਿਹੜਾ ਸਾਨੂੰ ਜੇ ਪਤਾ ਲੱਗ ਜਾਵੇ ਕਿ ਕਿਸ ਤਰੀਕੇ ਨਾਲ ਉਹਨੂੰ ਅਰੇਂਜ ਕਰਨਾ ਹੈ, ਉਸ ਚੀਜ਼ ਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਹਿੰਦੇ ਹਾਂ। The arrangement of various types of electromagnetic radiation in order of increasing wavelength and decreasing frequency. Increasing wavelengths or decreasing frequency is called electromagnetic spectrum. ठीक है, electromagnetic spectrum is arrangement. ਇਹਨਾਂ ਨੂੰ ਤੁਸੀਂ ਅਰੇਂਜ ਕਿਵੇਂ ਕਰਨਾ ਹੈ। ਹੁਣ ਦੇਖੋ ਲਾਈਟ ਦੀ ਜਿਹੜੀ ਸਪੀਡ ਹੈ 3 to 10⁸ ਮੀਟਰ ਪਰ ਸੈਕਿੰਡ ਦੇ ਹਿਸਾਬ ਨਾਲ ਜਿਹੜੀ ਲਾਈਟ ਸਾਡੇ ਤੱਕ ਪਹੁੰਚਦੀ ਹੈ। ਜਦੋਂ ਅਸੀਂ ਉਹਨੂੰ ਐਨਾਲਿਸਿਸ ਕਰੀਏ, ਉਹਦਾ ਐਨਾਲਿਸਿਸ ਕਰਕੇ ਇੱਕ ਅਰੇਂਜਮੈਂਟ ਬਣਦਾ, ਇੱਕ ਸਪੈਕਟਰਮ ਬਣਦਾ, ਜਿਹਦੇ 'ਚ ਸਾਨੂੰ ਪਤਾ ਲੱਗਦਾ ਕਿ ਸ਼ਾਰਟੈਸਟ ਵੇਵ ਲੈਂਥ ਕਿਹਦੀ ਹੈ ਅਤੇ ਸਭ ਤੋਂ ਜ਼ਿਆਦਾ ਵੇਵ ਲੈਂਥ ਵੱਧ ਕਿਹਦੀ ਹੈ, ਜਾਂ ਸ਼ਾਰਟੈਸਟ ਫ੍ਰੀਕੁਐਂਸੀ ਕਿਹਦੀ ਹੈ ਅਤੇ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਕਿਹਦੀ ਹੈ, ਜ਼ਿਆਦਾ ਕਿਹਦੀ ਹੈ ਅਤੇ ਘੱਟ ਕਿਹਦੀ ਹੈ, ਕਿਹੜੀਆਂ ਰੇਡੀਏਸ਼ਨਸ ਦੀ ਹੈ। ਕਿਉਂਕਿ ਜਿਹੜੀ ਲਾਈਟ ਸਾਡੇ ਤੱਕ ਪਹੁੰਚਦੀ ਹੈ ਉਹਦੇ 'ਚ ਹੋਰ ਵੀ ਬੜੀਆਂ ਰੇਡੀਏਸ਼ਨਸ ਜਿਹੜੀਆਂ ਨੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਵਿੱਚ, ਜਿਹੜੀ ਸਾਡੇ ਤੱਕ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਪਹੁੰਚ ਰਹੀ ਹੈ ਫੁੱਲ ਆਫ ਐਨਰਜੀ, ਉਹਦੇ 'ਚ ਤਰ੍ਹਾਂ ਤਰ੍ਹਾਂ ਦੀਆਂ ਰੇਡੀਏਸ਼ਨਸ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਅਸੀਂ ਅੱਜ ਉਹਦੀ ਸਟੱਡੀ ਕਰਨੀ ਹੈ ਕਿਹੜੀ ਕਿਹੜੀਆਂ ਰੇਡੀਏਸ਼ਨਸ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ। Now students, see the electromagnetic spectrum, which is arrangement of electromagnetic radiation with respect to their frequency and wavelength. wavelength ਜਿਹੜੀ ਹੈ ਯਾਦ ਰੱਖੋ ਇਹ ਇਨਕਰੀਜ਼ ਕਰਦੀ ਹੈ, ਤੇ ਫ੍ਰੀਕੁਐਂਸੀ ਜਿਹੜੀ ਹੈ ਉਹ ਵਿਦ ਰਿਸਪੈਕਟ ਟੂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਇਹ ਡਿਕਰੀਜ਼, ਇਹਦਾ ਡਿਕਰੀਜ਼ ਹੁੰਦਾ 10⁻26 to 0, 10⁻0, ਜਾਂ ਇੱਧਰੋਂ ਇਨਕਰੀਜ਼ ਹੋ ਰਿਹਾ ਜਾਂ ਇੱਧਰੋਂ ਅਸੀਂ ਕਹਿ ਦਈਏ ਕਿ ਇਸ ਸਾਈਡ ਨੂੰ ਜਾਂਦੇ ਹਾਂ ਜਿਹੜੀ ਫ੍ਰੀਕੁਐਂਸੀ ਹੈ ਦੈਟ ਇਜ਼ ਡਿਕਰੀਜ਼। ਤੇ ਵੇਵ ਲੈਂਥ 10⁻−18 ਹੈ, ਫਿਰ 16 ਹੈ, -14, -12, 10 ਐਂਡ 10⁻0 2, 10⁻4, 10⁻6, 10⁻8 ਇੱਧਰਲੇ ਪਾਸੇ ਜਾਂਦੇ ਆ ਇਨਕਰੀਜ਼ ਹੋ ਰਹੀ। ਹੁਣ ਇਹ ਰੇਡੀਏਸ਼ਨਸ ਜਿਹੜੀਆਂ ਨੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਸਾਡੇ ਤੱਕ ਜਿਹੜੀਆਂ ਆਉਂਦੀਆਂ ਨੇ ਉਹਦੇ 'ਚ ਐਸ ਫ੍ਰੀਕੁਐਂਸੀ ਤੇ ਐਸ ਵੇਵ ਲੈਂਥ 10⁻26 ਤੇ 10⁻24 ਜਿਹੜੇ ਹਰਟਸ ਫ੍ਰੀਕੁਐਂਸੀ ਹੈ ਉਹਦੇ ਇਨ ਬਿਟਵੀਨ ਕਾਸਮਿਕ ਰੇਜ਼ ਨੇ, ਦੈਨ ਗਾਮਾ ਰੇਜ਼, ਦੈਨ ਐਕਸ ਰੇਜ਼। 10⁻8 ਤੋਂ 10⁻6 ਤੋਂ ਹੁੰਦਿਆਂ 10⁻14 ਜਿਹੜੀ ਫ੍ਰੀਕੁਐਂਸੀ ਹੈ ਉਹਦੇ 'ਚ UV ਰੇਂਜ ਸ਼ੁਰੂ ਹੋ ਜਾਂਦੀ ਹੈ, ਅਲਟਰਾ ਵਾਇਲਟ। ਅਲਟਰਾ ਵਾਇਲਟ ਰੇਡੀਏਸ਼ਨਸ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਸਾਰਿਆਂ ਨੂੰ ਥੋੜ੍ਹਾ ਬਹੁਤਾ ਪਤਾ ਹੈ ਕਿ ਓਜ਼ੋਨ ਲੇਅਰ ਜਿਹੜੀ ਹੈ ਉਹਦੇ 'ਚ ਡਿਪਲੀਸ਼ਨ ਆਫ ਓਜ਼ੋਨ ਲੇਅਰ, ਜਿਹੜੀ ਉਹਦੇ 'ਚ ਹੋਲ ਪੈਦਾ ਹੋ ਰਹੇ ਨੇ
ਤੇ ਉਸ ਹੋਲਸ ਦੇ ਕਰਕੇ ਯੂਵੀ ਰੇਡੀਏਸ਼ਨ ਜਿਹੜੀਆਂ ਨੇ ਸਿੱਧੀਆਂ ਅਰਥ ਦੇ ਉੱਤੇ ਆਉਂਦੀਆਂ ਨੇ। ਜਿੱਥੇ ਵੀ ਕਿਧਰੇ ਯੂਵੀ ਰੇਡੀਏਸ਼ਨ ਸਿੱਧੀਆਂ ਆਉਂਦੀਆਂ ਨੇ ਉਹ ਹਿਊਮਨ ਬੀਇੰਗ ਦੇ ਉੱਤੇ ਇਫੈਕਟ ਕਰਦੀਆਂ ਨੇ, ਮੀਨ ਟੂ ਸੇ ਕਿ ਉਹਨਾਂ ਵਾਸਤੇ ਹਾਰਮਫੁਲ ਹੈ, ਇਸ ਰੇਂਜ ਦੀਆਂ ਹੁੰਦੀਆਂ ਨੇ 10⁻16 to 10⁻14, 10⁻14 ਤੇ 10⁻16 ਦੇ ਇਨ ਬਿਟਵੀਨ ਇੱਕ ਰੇਂਜ ਆਉਂਦੀ ਹੈ, ਦੈਟ ਇਜ਼ ਵਿਜ਼ੀਬਲ ਰੇਂਜ। ਵਿਜ਼ੀਬਲ ਰੇਂਜ ਉਹ ਵਿਜ਼ੀਬਲ ਸਪੈਕਟਰਮ ਹੈ, ਵਿਬਗਿਓਰ ਸਾਰੇ ਤੁਸੀਂ ਜਾਣਦੇ ਹੋ। ਇਹਦਾ ਮਤਲਬ ਇਹਨਾਂ ਦੋਵਾਂ ਦੇ ਬਿਟਵੀਨ UV ਤੇ IR, IR ਇਜ਼ ਮੈਂਟ ਫॉर, UV ਇਜ਼ ਮੈਂਟ ਫॉर, ਇੱਥੇ ਮੈਂ ਲਿਖ ਦਿੰਦਾ ਅਲਟਰਾਵਾਇਲਟ, IR is meant for infrared. Infrared radiations. Infrared radiations ਜਿਹੜੀਆਂ ਨੇ ਉਸ ਤੋਂ ਬਾਅਦ ਫਿਰ ਮਾਈਕਰੋਵੇਵਸ ਸਾਰੇ ਤੁਸੀਂ ਜਾਣਦੇ ਹੋ, ਕਰਾਚੀ ਯੂਜ਼ ਹੁੰਦੇ ਮਾਈਕਰੋਵੇਵ। ਉਹ ਵੇਵਸ ਹੀ ਹੁੰਦੀਆਂ ਨੇ, ਉਹਨਾਂ 'ਚ ਇੰਨੀ એનર્ਜੀ ਹੁੰਦੀ ਹੈ ਕਿ ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਪੱਕ ਜਾਂਦੀ ਹੈ। ਫੂਡ ਪ੍ਰੋਸੈਸਿੰਗ ਦੇ ਵਿੱਚ ਮਾਈਕਰੋਵੇਵਸ ਜਿਹੜੀਆਂ ਯੂਜ਼ ਹੁੰਦੀਆਂ ਨੇ, ਮਾਈਕਰੋਵੇਵ ਓਵਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰੇਡੀਏਸ਼ਨਸ ਹੀ ਨੇ, ਮਾਈਕਰੋਵੇਵਸ ਨੇ। ਉਹ ਵੇਵਸ ਦੇ ਨਾਲ ਜਿਹੜਾ ਇੰਨੀ એનર્ਜੀ ਪ੍ਰੋਡਿਊਸ ਹੁੰਦੀ ਹੈ ਕਿ ਚੀਜ਼ ਜਿਹੜੀ ਹੈ ਉਹ ਗਰਮ ਹੋ ਜਾਂਦੀ ਹੈ ਜਾਂ ਉਹ ਬਣ ਜਾਂਦੀ ਹੈ। ਉਸ ਤੋਂ ਬਾਅਦ FM ਮੋਡ, FM ਸੁਣਦੇ ਹੋ, ਫ੍ਰੀਕੁਐਂਸੀ ਮੋਡ, AM ਅਲਟੀਟਿਊਡ ਮੋਡ, ਲੌਂਗ ਰੇਡੀਓ ਵੇਵਸ। ਅੱਗੇ ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਬਹੁਤ ਘੱਟ ਜਾਂਦੀ ਹੈ, ਇਹਨਾਂ ਨੂੰ ਅਸੀਂ ਲੌਂਗ ਰੇਡੀਓ ਵੇਵਸ ਕਹਿੰਦੇ ਆ। ਇਹਨਾਂ ਨੂੰ ਐਜ਼ ਸੱਚ ਤੁਸੀਂ ਨੇਮ ਯਾਦ ਰੱਖਣੇ ਕਿਉਂਕਿ ਇਹ ਨੇਮ ਟੈਕਨੀਕਲ ਹੈ, ਤੇ ਇਹਨਾਂ ਦੀ ਰੇਂਜ ਯਾਦ ਰੱਖਣੀ ਹੈ। ਇਹ ਵਿਜ਼ੀਬਲ ਰੇਂਜ ਜਿਹੜੀ ਹੈ 10⁻8 to 10⁻6 ਵੇਵ ਲੈਂਥ ਦੇ ਕੇਸ 'ਚ, ਤੇ ਫ੍ਰੀਕੁਐਂਸੀ ਜਿਹੜੀ ਹੈ ਉਹ 10⁻16 ਤੇ 10⁻14 ਦੇ ਇਨ ਬਿਟਵੀਨ ਜਿਹੜੀ ਹੈ ਉਹ ਵਿਜ਼ੀਬਲ ਰੇਂਜ ਆਉਂਦੀ ਹੈ, ਦੈਟ ਇਜ਼ ਵਿਜ਼ੀਬਲ ਸਪੈਕਟਰਮ। ਦਿਸ ਇਜ਼ ਆਲ ਅਬਾਊਟ ਇਲੈਕਟ੍ਰੋਮੈਗਨੈਟਿਕ ਸਪੈਕਟਰਮ। ਐਨੀ ਤਰ੍ਹਾਂ ਦੀਆਂ ਰੇਡੀਏਸ਼ਨਸ ਜਿਹੜੀਆਂ ਨੇ ਉਹ ਲਾਈਟ ਜਿਹੜੀ ਉਹ ਲੈ ਕੇ ਤੁਰਦੀ ਹੈ, ਜਿਹੜੀ ਸਾਡੇ ਤੱਕ ਪਹੁੰਚਦੀ ਹੈ, ਤੇ ਡਿਫਰੈਂਟ ਜਿਹੜੇ ਨੇ ਜ਼ੋਨ ਨੇ ਜਿਨ੍ਹਾਂ 'ਚ ਵਿਦ ਅਕੋਰਡਿੰਗਸ ਟੂ ਦੇਅਰ ਫ੍ਰੀਕੁਐਂਸੀ ਐਂਡ ਵੇਵ ਲੈਂਥ ਇਹ ਰੇਡੀਏਸ਼ਨਸ ਆਪਣਾ ਅਸਰ ਕਰਦੀਆਂ ਨੇ। ਇਹਦੇ 'ਚ ਹੋਰ ਵੀ ਬੜੀਆਂ ਚੀਜ਼ਾਂ ਆ ਜਾਂਦੀਆਂ ਨੇ, ਪਰ ਲੇਕਿਨ ਮੇਨ ਰੇਡੀਏਸ਼ਨਸ ਜਿਹੜੀਆਂ ਨੇ ਤੁਸੀਂ ਇਹੀ ਯਾਦ ਰੱਖਣੀਆਂ ਨੇ, ਠੀਕ ਹੈ। ਇਹਦੇ 'ਚ ਇਹਨਾਂ ਤੋਂ ਇਲਾਵਾ ਜਿਹੜਾ ਵਿਜ਼ੀਬਲ ਰੇਂਜ ਹੈ, ਵਿਬਗਿਓਰ 7 ਕਲਰਸ ਜਿਹੜੇ ਨੇ ਤੁਸੀਂ ਸਾਰੇ ਜੂਨੀਅਰ ਲੈਵਲ ਦੇ ਉੱਤੇ ਪੜ੍ਹੇ ਹੋਏ ਨੇ ਕਿ ਇਹ 7 ਕਲਰਸ ਹੁੰਦੇ ਕੀ ਨੇ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ। ਜੇ ਅਸੀਂ ਵਿਜ਼ੀਬਲ ਲਾਈਟ ਨੂੰ ਪ੍ਰਿਜ਼ਮ ਦੇ ਵਿੱਚੋਂ ਕੱਢੀਏ, ਉਹ ਵੀ ਮੈਂ ਤੁਹਾਨੂੰ ਐਕਸਪੈਰੀਮੈਂਟ ਦੱਸਾਂਗਾ, ਤੇ ਇੱਕ ਪਰਟੀਕੂਲਰ ਪੈਟਰਨ ਜਿਹੜਾ ਵਿਬਗਿਓਰ ਦਾ ਉਹ ਬਣਿਆ ਨਜ਼ਰ ਆਉਂਦਾ ਹੈ। ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਬਰਸਾਤੀ ਦਿਨ ਚੱਲ ਰਹੇ ਨੇ ਅੱਜ ਕੱਲ੍ਹ, ਬਹੁਤ ਜ਼ਿਆਦਾ ਰੇਨ ਹੋਵੇ ਜਿਸ ਦਿਨ, ਉਸ ਦਿਨ ਰੇਨਬੋ ਬਣ ਜਾਂਦੀ ਹੈ। ਅਸਮਾਨ ਦੇ ਸਕਾਈ ਦੇ ਵਿੱਚ ਤੁਸੀਂ ਦੇਖਦੇ ਹੋ ਰੇਨਬੋ ਨਜ਼ਰ ਆਉਂਦੀ ਹੈ। ਐਕਚੁਅਲੀ ਜਿਹੜੇ ਡ੍ਰੌਪਲੇਟਸ ਐਟਮੋਸਫੀਅਰ ਦੇ ਵਿੱਚ ਰਹਿ ਜਾਂਦੇ ਨੇ, ਜਦੋਂ ਲਾਈਟ ਉਹਨਾਂ 'ਚੋਂ ਪਾਸ ਹੋ ਕੇ ਨਿਕਲਦੀ ਹੈ ਤਾਂ ਇੱਕ ਕੰਟੀਨਿਊਸ ਸਪੈਕਟਰਮ ਬਣਦਾ। ਉਹਦੀ ਡਿਸਕਸ਼ਨ ਅਸੀਂ ਬਾਅਦ 'ਚ ਕਰਾਂਗੇ। ਇਹਦੇ 'ਚ ਅੱਗੇ ਆ ਜਾਂਦਾ ਕਿ ਲਿਮਿਟੇਸ਼ਨਸ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਲਿਮਿਟੇਸ਼ਨਸ ਕੀ ਨੇ, ਇਹ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀਆਂ ਡਿਊਲ ਬਿਹੇਵੀਅਰ ਜਿਹੜਾ ਉਹ ਸਾਹਮਣੇ ਆਇਆ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਜਿਹੜੀਆਂ ਨੇ ਉਹ ਵੇਵ ਦੀ ਤਰ੍ਹਾਂ ਵੀ ਬਿਹੇਵ ਕਰਦੀਆਂ ਨੇ। ਵੇਵ ਲਾਈਕ ਦਿਸ, ਤੇ ਉਹ ਪਾਰਟੀਕਲ ਦੀ ਤਰ੍ਹਾਂ ਵੀ ਬਿਹੇਵ ਕਰਦੀਆਂ ਨੇ, ਦੈਟ ਇਜ਼ ਡਿਊਲ ਕਰੈਕਟਰ। ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਜਿਹੜੀਆਂ ਨੇ ਉਹ ਉਹਨਾਂ ਦਾ ਡਬਲ ਕਰੈਕਟਰ ਹੈ। ਉਹ ਲੋਡ ਪੈਣ 'ਤੇ ਵੇਵ ਦੀ ਤਰ੍ਹਾਂ ਵੀ ਬਿਹੇਵ ਕਰਦੀਆਂ ਨੇ, ਅਤੇ ਉਹ ਲੋਡ ਪੈਣ ਦੇ ਉੱਤੇ ਉਹ ਪਾਰਟੀਕਲ ਨੇਚਰ ਵੀ ਆਪਣਾ ਸ਼ੋਅ ਕਰ ਜਾਂਦੀਆਂ ਨੇ, ਦੈਟ ਇਜ਼ ਡਿਊਲ ਨੇਚਰ। ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਹਾਂ ਵਾਕਈ ਹੀ ਇਹਦਾ ਪਾਰਟੀਕਲ ਨੇਚਰ ਹੈ ਜਾਂ ਇਹਦਾ ਵੇਵ ਨੇਚਰ ਹੈ। ਕੁਛ ਐਕਸਪੈਰੀਮੈਂਟਸ ਸੀਗੇ ਜਿਹੜੇ ਕਿ ਇਹ ਸ਼ੋਅ ਕਰਦੇ ਸੀਗੇ ਇਹਨਾਂ ਦਾ ਪਾਰਟੀਕਲ ਨੇਚਰ। ਫੋਰ ਐਗਜ਼ਾਮਪਲ ਬਲੈਕ ਬੋਡੀ ਰੇਡੀਏਸ਼ਨ ਅਤੇ ਫੋਟੋ ਇਲੈਕਟ੍ਰਿਕ ਇਫੈਕਟ। ਬਲੈਕ ਬੋਡੀ ਰੇਡੀਏਸ਼ਨ ਅਤੇ ਫੋਟੋ ਇਲੈਕਟ੍ਰਿਕ ਇਫੈਕਟ, ਇਹ ਦੋਨੋਂ ਐਕਸਪੈਰੀਮੈਂਟਸ ਜਿਹੜੇ ਸੀਗੇ ਇਹ ਸ਼ੋਅ ਕਰਦੇ ਸੀਗੇ ਵੇਵ ਦਾ ਪਾਰਟੀਕਲ ਨੇਚਰ। ਇੰਟਰਫੇਰੈਂਸ ਅਤੇ ਡਿਫਰੈਕਸ਼ਨ, ਇਹ ਦੋ ਐਕਸਪੈਰੀਮੈਂਟ ਸੀਗੇ ਜਿਹੜੇ ਸ਼ੋਅ ਕਰਦੇ ਸੀਗੇ ਵੇਵ ਨੇਚਰ ਆਫ ਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਲਾਈਟ ਦਾ ਜਿਹੜਾ ਉਹ ਵੇਵ ਨੇਚਰ ਸ਼ੋਅ ਕਰਦੇ ਸੀਗੇ। ਹੁਣ ਕੰਟਰਾਡਿਕਸ਼ਨ ਹੋ ਗਿਆ। ਇਹਦੇ ਤੋਂ ਅੱਗੇ ਡਿਸਕਸ਼ਨ ਚਾਲੂ ਹੋ ਜਾਂਦੀ ਹੈ ਜਿਹਦੇ 'ਚ ਇਹਨਾਂ ਦੋਨਾਂ ਦੇ ਐਕਸਪੈਰੀਮੈਂਟਸ ਦੇ ਜਿਹੜੇ ਡਿਊਲ ਨੇਚਰ ਹੈ ਉਹਦੇ ਬਾਰੇ ਡਿਸਕਸ਼ਨ ਆਉਂਦੀ ਹੈ। ਪਰ ਉਸ ਤੋਂ ਪਹਿਲੇ ਇੱਕ ਆਉਂਦੀ ਹੈ
गल, दैट इज़ प्लैंक्स क्वांटम थ्योरी ऑफ रेडिएशन, कि ਜਿਹੜੇ ਐਕਸਪੈਰੀਮੈਂਟਸ ਅਸੀਂ ਕਹਿ ਰਹੇ ਸੀਗੇ ਜਿਸ ਤਰ੍ਹਾਂ ਬਲੈਕ ਬੋਡੀ ਰੇਡੀਏਸ਼ਨ ਜਾਂ ਫੋਟੋ ਇਲੈਕਟ੍ਰਿਕ ਇਫੈਕਟ ਦੇ ਅਕੋਰਡਿੰਗਲੀ ਜਿਹੜੀਆਂ ਰੇਡੀਏਸ਼ਨ, ਜੇ ਪਾਰਟੀਕਲ ਨੇਚਰ ਦੀ ਜਿਹੜੀਆਂ ਰੇਡੀਏਸ਼ਨ ਸਾਡੇ ਤੱਕ ਆ ਰਹੀਆਂ ਨੇ ਉਹਨਾਂ 'ਚ ਬਹੁਤ ਜ਼ਿਆਦਾ એનર્ਜੀ ਹੋਏਗੀ, ਉਹਨਾਂ 'ਚ ਬਹੁਤ ਹੀ ਜ਼ਿਆਦਾ એનર્ਜੀ ਹੋਏਗੀ। ਅਤੇ ਇਹ ਰੇਡੀਏਸ਼ਨ ਜਿਹੜੀਆਂ ਨੇ ਉਹ ਇੱਕ ਜਿਹਨੂੰ ਕਹ ਲਓ ਕਿ ਪੈਕਟਸ ਆਫ એનર્ਜੀ ਲੈ ਕੇ ਜਿਹੜੀ ਸਾਡੇ ਤੱਕ ਪਹੁੰਚ ਰਹੀਆਂ ਨੇ। ਪੈਕਟਸ ਆਫ એનર્ਜੀ ਦੀ ਜੋ ਗੱਲ ਆ ਜਾਂਦੀ ਹੈ, ਇਹਨੂੰ ਤੁਸੀਂ ਕਲਿੱਕ ਕਰ ਲਓ ਜਾਂ ਸਕਰੀਨ ਸ਼ਾਟ ਲੈ ਲਓ, ਇਹਨੂੰ ਬਣਾਇਓ ਅੱਛੀ ਤਰ੍ਹਾਂ, ਡਾਇਗਰਾਮ ਕਾਫੀ ਇੰਪੋਰਟੈਂਟ ਹੈ ਇਹ ਵਾਲਾ। ਨੈਕਸਟ ਹੈਡਿੰਗ ਅਸੀਂ ਦੇਣਾ Planck quantum theory of radiation. Planck's quantum theory of radiation. प्लैंक साइंटिस्ट का नाम मैक्स प्लैंक, पूरा ਉਹਦਾ ਨਾਂ ਸੀਗਾ ਮੈਕਸ प्लैंक। ਇਹ ਸਨ 1900 ਦੇ ਵਿੱਚ ਨੇ ਇੱਕ ਆਪਣੀ ਡਿਸਕਵਰੀ ਦਿੱਤੀ ਸੀਗੀ। ਉਹਦੇ ਅਕੋਰਡਿੰਗਲੀ ਰੇਡੀਏਸ਼ਨਸ ਜਿਹੜੀਆਂ ਨੇ ਉਹ ਜਿਹੜੇ ਐਕਸਪੈਰੀਮੈਂਟ ਦੀ ਦੋ ਗੱਲ ਕੀਤੀ ਮੈਂ ਕਿ ਫੋਟੋ ਇਲੈਕਟ੍ਰਿਕ ਇਫੈਕਟ ਅਤੇ ਬਲੈਕ ਬੋਡੀ ਰੇਡੀਏਸ਼ਨ ਦੇ ਅਕੋਰਡਿੰਗਲੀ ਜਿਹੜੀ ਰੇਡੀਏਸ਼ਨ ਸਾਡੇ ਤੱਕ ਪਹੁੰਚ ਰਹੀਆਂ ਨੇ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਉਹ ਬੜੀ એનર્ਜੀ ਲੈ ਕੇ ਪਹੁੰਚਦੀਆਂ ਪਈਆਂ ਨੇ ਔਰ ਉਹ એનર્ਜੀ ਜਿਹੜੀ ਆ ਇਨ ਦੀ ਫਾਰਮ ਆਫ ਕੁਆਂਟਾ, that is packet of energy. Packet of energy ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਰਹੀ ਹੈ। that is packets of energy ਜਿਹੜੀ ਹੈ ਸਾਡੇ ਤੱਕ ਰੇਡੀਏਸ਼ਨ ਜਿਹੜੀਆਂ ਨੇ ਪਹੁੰਚਦੀਆਂ ਨੇ। these quantum of energy emitted in light is called photon। ਇੱਥੇ ਹੁਣ ਕੁਛ ਮੈਂ ਟਰਮਸ ਜਿਹੜੀਆਂ ਨੇ ਯੂਜ਼ ਕਰ ਰਹੇ ਹਾਂ। ਫੋਟੋਨ, ਇਹ ਜਿਹੜੇ ਪੈਕਟਸ ਆਫ એનર્ਜੀ ਸਾਡੇ ਤੱਕ ਪਹੁੰਚਦੇ ਆ ਲਾਈਟ ਦੇ ਇਨ ਦੀ ਫਾਰਮ ਆਫ ਲਾਈਟ, ਥੀਸ ਆਰ ਨੋਨ ਐਜ਼ ਫੋਟੋਨ। ਫੋਟੋ ਇਜ਼ ਰਿਲੇਟਡ ਟੂ ਲਾਈਟ। ਫੋਟੋਨ ਤੇ ਪ੍ਰੋਟੋਨ ਇਹ ਆਮ ਤੌਰ 'ਤੇ ਥੋੜ੍ਹਾ ਜਿਹਾ ਭੁਲੇਖਾ ਲੱਗ ਜਾਂਦਾ ਹੁੰਦਾ। ਫੋਟੋਨ ਮੀਨ ਪੈਕਟ ਆਫ એનર્ਜੀ ਦੈਟ ਇਜ਼ ਲਾਈਟ which we are receiving from source ਕੀ ਹੈ sun। ਉਹ ਤੋਂ ਜਿਹੜੀ ਲਾਈਟ ਸਾਡੇ ਤੱਕ ਆ ਰਹੀ ਹੈ in form of quanta, that is packets of energy, photon ਕਹਿੰਦੇ ਹਨ। ਫੋਟੋ ਦਾ ਮਤਲਬ ਜਿਸ ਤਰ੍ਹਾਂ ਫੋਟੋਸਿੰਥੇਸਿਸ ਤੁਸੀਂ ਜੂਨੀਅਰ ਲੈਵਲ ਦੇ ਉੱਤੇ ਪੜ੍ਹਿਆ ਹੋਏਗਾ। ਫੋਟੋਸਿੰਥੇਸਿਸ, ਫੋਟੋ ਦਾ ਮਤਲਬ ਸਿੰਥੇਸਿਸ ਆਫ ਫੂਡ ਇਨ ਪ੍ਰੈਜ਼ੈਂਸ ਆਫ ਸਨਲਾਈਟ। ਫੋਟੋ ਦਾ ਮਤਲਬ ਹੁੰਦਾ ਸਨਲਾਈਟ, ਠੀਕ ਹੈ। ਫੋਟੋਨ, ठीक है। तो अकॉर्डिंग टू प्लैंक्स एनर्जी इज डायरेक्टली प्रोपोर्शनल टू फ्रीक्वेंसी ऑफ लाइट। हुण देखो डायरेक्टली प्रोपोर्शनल का मतलब होंदा है जदों एक चीज़ दे नाल, एक चीज़ के वजन के नाल दूसरी चीज़ भी वधे, दैट इज़ डायरेक्टली प्रोपोर्शनल। इफ आई से A इज़ डायरेक्टली प्रोपोर्शनल टू B, इट मीन A भी वधदा पिया ते B भी वधदा पिया, साइन ऑफ प्रोपोर्शनलिटी। जे मैं कहा A इज़ इनवर्सली प्रोपोर्शनल टू B, साइन ऑफ प्रोपोर्शनलिटी वही रहिंदा है, ये डिनोमीनेटर चल जाता है B। इसका मतलब A वधदा पिया ते B घटदा पिया, या B वधदा पिया A घटदा पिया, वाइस वर्सा, दोवां चों एक चीज़ हो सकती। डायरेक्टली प्रोपोर्शनल। नाउ एनर्जी इज डायरेक्टली प्रोपोर्शनल टू न्यू। न्यू इज़ फ्रीक्वेंसी ऑफ लाइट। कि एनर्जी फ्रीक्वेंसी से डिपेंड करती है, जिन्नी फ्रीक्वेंसी ज़्यादा होएगी एनर्जी उन्नी ज़्यादा सानू मिलेगी, जिन्नी फ्रीक्वेंसी घट होएगी एनर्जी सानू उन्नी घट मिलेगी। फॉर एग्जाम्पल यह चीज़ समझ आती है। अजकल गर्मियाँ ने, लाइट जी है धुप च साढ़े सीधी स्ट्राइक करे या सीधी पवे तो सानू बहुत ज़्यादा गर्मी लगती। हुण धुप पै रही है, ਇਹਦਾ ਮਤਲਬ એનર્ਜੀ ਮਿਲਦੀ ਪਈ ਹੈ, ਪੈਕਟਸ ਆਫ એનર્ਜੀ ਆ ਰਹੇ ਆ, ਫੋਟੋਨਸ ਦੀ ਫਾਰਮ 'ਚ ਆ ਰਹੇ ਨੇ, ਪੈਕਟਸ ਆਫ એનર્ਜੀ ਜਿਹੜੇ ਸਾਡੇ ਤੱਕ ਪਹੁੰਚਦੇ ਪਏ ਨੇ, ਠੀਕ ਹੈ।
ਉਹ ਸਾਨੂੰ એનર્ਜੀ ਮਿਲਦੀ ਪਈ ਹੈ, ਸਾਨੂੰ ਅਸੀਂ ਗਰਮੀ ਮਹਿਸੂਸ ਕਰਦੇ ਹਾਂ। ਬੱਦਲ ਆ ਗਏ ਉੱਤੇ, ਮੰਨ ਲਓ ਇਹ ਕਲਾਊਡਸ ਜਿਹੜਾ ਆ ਜਾਂਦਾ, ਕਲਾਊਡੀ ਡੇ ਹੋਏ ਜਾਂ ਅੱਗੇ ਕਲਾਊਡਸ ਆ ਜਾਂਦੇ ਨੇ, ਫਿਰ ਸਾਨੂੰ ਥੋੜ੍ਹੀ ਰਾਹਤ ਮਿਲਦੀ ਹੈ। ਇਹਦਾ ਮਤਲਬ ਹੁਣ ਜਿਹੜੀ ਲਾਈਟ ਸਾਡੇ ਤੱਕ ਆ ਰਹੀ, ਰੇਡੀਏਸ਼ਨਸ ਜਿਹੜੀਆਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਇੱਕ ਹਰਡਲ ਆ ਗਈ ਹੈ। ਹੁਣ ਉਹ ਰੇਡੀਏਸ਼ਨ ਡਾਇਰੈਕਟਲੀ ਸਾਡੇ ਤੱਕ ਨਹੀਂ ਪਹੁੰਚ ਰਹੀਆਂ, ਹੁਣ એનર્ਜੀ ਘੱਟ ਮਿਲਦੀ ਵੀ ਹੈ, ਸਾਨੂੰ ਥੋੜ੍ਹੀ ਰਾਹਤ ਮਿਲਦੀ ਹੈ। ਠੀਕ ਹੈ, ਇਟ ਮੀਨ એનર્ਜੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫ੍ਰੀਕੁਐਂਸੀ ਆਫ ਲਾਈਟ। ਜਿੰਨੀ ਜ਼ਿਆਦਾ ਫ੍ਰੀਕੁਐਂਸੀ ਹੋਏਗੀ, ਧੁੱਪ ਜਿੰਨੀ ਜ਼ਿਆਦਾ ਹੋਏਗੀ, गर्मी उन्नी ज़्यादा लगेगी, एनर्जी उन्नी ज़्यादा मिलेगी। और E is equal to H nu, where nu is frequency of light or electromagnetic radiation, and H एक constant। देखो साइन ऑफ प्रोपोर्शनलिटी हटाया जाता सीगा, ਉਹਦੀ ਜਗ੍ਹਾ ਇੱਕ ਕਾਂਸਟੈਂਟ ਫਿਗਰ ਲਾ ਦਿੱਤੀ ਜਾਂਦੀ ਸੀ। ਉਹ ਕਾਂਸਟੈਂਟ ਫਿਗਰ ਮੈਕਸ ਪਲੈਂਕ ਨੇ h ਦੇ ਨਾਲ ਜਿਹੜਾ ਉਹ ਡਿਨੋਟ ਕੀਤਾ, ਵੇਅਰ h ਇਜ਼ ਨੋਨ ਐਜ਼ ਪਲੈਂਕਸ ਕਾਂਸਟੈਂਟ। ਉਹਨੇ ਆਪਣੇ ਨਾਂ ਦੇ ਉੱਤੇ ਹੀ ਐਸ ਕਾਂਸਟੈਂਟ ਦਾ ਨਾਂ ਰੱਖ ਦਿੱਤਾ, h ਇਜ਼ ਪਲੈਂਕਸ ਕਾਂਸਟੈਂਟ। ਤੇ ਇਹਦੀ ਵੈਲਿਊ ਸੀਗੀ 6.62 into 10 raised to power -34 joule second। ठीक है, तो यह रेडिएशन ऐसे इक्वेशन नंबर 1 से दिस इज इक्वेशन नंबर 7। एक छोटा जिहा रिलेशन बन गया कि E इज इक्वल टू H न्यू। ਹੁਣ ਕੁਛ ਨੂਮੈਰੀਕਲ ਜਿਹੜੇ ਨੇ ਉਹਦੇ 'ਤੇ ਆਉਣਗੇ, ਇਹਦੇ 'ਚ ਤੁਹਾਡਾ ਜਿਹੜਾ ਪਹਿਲੇ ਤੁਸੀਂ ਰਿਲੇਸ਼ਨ ਕਰਕੇ ਆਏ ਹੋ ਉਹਦੀ ਵੀ ਇਨਵੋਲਵਮੈਂਟ ਹੋ ਜਾਂਦੀ ਹੈ। ਵੀ ਨੋ ਦੈਟ C is equal to lambda into nu, therefore nu is equal to C over lambda, therefore E may be equal to H into C over lambda। न्यू में पुट कर दिए, न्यू की वैल्यू में पुट कर दिए तो साढ़े को रिलेशनशिप जी है वो यह बन जाती है। ठीक है, फिर न्यू इज इक्वल टू C over lambda, न्यू में पुट कर दिए तो यह रिलेशनशिप है बन जाएगी। दैट इज फाइनल रिलेशनशिप। दिस इज ऑल अबाउट प्लैंक्स क्वांटम थ्योरी ऑफ रेडिएशन। ਇਹਨਾਂ ਦੇ ਪਹਿਲੇ ਨੂਮੈਰੀਕਲਸ ਕਰਾਂਗੇ, ਫਿਰ ਇਹ ਤੋਂ ਅੱਗੇ ਚੱਲਾਂਗੇ। ਉਹਦੇ ਵਿੱਚ ਗੱਲ ਆ ਜਾਏਗੀ ਸਪੈਕਟਰਾ, ਜਿਹੜੇ ਡਿਫਰੈਂਟ ਸਪੈਕਟਰਮ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੀਆਂ ਕੀ ਟਾਈਪਸ ਨੇ, ਉਹਨਾਂ ਦੀ ਡਿਸਕਸ਼ਨ ਆ ਜਾਂਦੀ ਹੈ। ਦੇਖੋ ਇਹਦੇ ਵਿੱਚ ਅੱਗੇ ਕੁਛ ਜਿਹੜਾ ਕੰਮ ਹੈ ਉਹ ਡਾਇਗਰਾਮੈਟਿਕ ਹੈ। ਸਪੈਕਟਰਮ ਟਾਈਪਸ ਆਫ ਸਪੈਕਟਰਮ, ਕੰਟੀਨਿਊਸ ਸਪੈਕਟਰਮ ਹੁੰਦਾ ਹੈ, डिसकॉन्टीन्यूअस स्पैक्ट्रम होंदा है, एब्जॉर्प्शन स्पैक्ट्रम होंदा है, एमिशन स्पैक्ट्रम होंदा है। बड़ी तरह के स्पैक्ट्रम जिहड़े ने बनते हैं, कुछ मैं इत्थे डिस्कस कर देना। फर्स्ट ऑफ ऑल स्पैक्ट्रम, टाइप्स ऑफ स्पैक्ट्रम। स्पैक्ट्रम दो तरह के होंदे ने, एक होंदे ने एमिशन स्पैक्ट्रम, एमिशन स्पैक्ट्रम। दूसरी टाइप होंदी है उन्होंने असीं बोलते हैं एब्जॉर्प्शन स्पैक्ट्रम। एमिशन स्पैक्ट्रम दियाँ फर्दर दो टाइप्स ने, वन इज कॉन्टिन्यूअस स्पैक्ट्रम,
discontinuous spectrum. Absorption spectrum की कोई टाइप नहीं है, वो सीधा एक कोई टाइप है, absorption spectrum ही कहते हैं। हुण emission spectrum की गल ही करिए तो emission spectrum कित्थों आंदा है? emission spectrum शब्द emit तो बनिया कि radiations emit हो रही होण, उन्हां radiations नूं जे मान लो असी किसी तरीके नाल, मैं emission spectrum जिहड़ा वो एक्सप्लेन करांगा, पहले absorption spectrum बाद करांगा। सोर्स ऑफ लाइट है, प्रिज्म है, प्रिज्म दे विचों लाइट जिहड़ी है वो निकलण दो, ए स्लिट लगी है, लाइट आ रही है, लाइट जो ही प्रिज्म दे विचों निकलेगी तो फोटोग्राफिक प्लेट, मैं तुहानूं पहले एक्सपैरीमेंट्स दे विच रदरफर्ड दे एक्सपैरीमेंट च दस्सिया सीगा कि फोटोग्राफिक प्लेट्स जिहड़ियां ने उन्हां दे अगे स्पैक्ट्रम जिहड़े ने या स्पॉट्स जिहड़े ने पै जांदे सी, जदों उहनूं ਉਹ डिवेलप करते सी, उन्होंने पता लगता सीगा कि किस तरीके का जिहड़ा वो स्पैक्ट्रम बनिया या किस तरीके के डॉट्स पए हुए ने। जो ही लाइट प्रिज्म चों निकलती है तो वो एक पैटर्न दे नाल जिहड़ी है वो पैटर्न सामने आंदा है। मैं फॉर एग्जाम्पल दस रहा, ये पैटर्न इस तरह का भी हो सकता है, कुछ इस तरह का भी हो सकता है, इस तरह का भी हो सकता है, इंज का भी हो सकता है। इस तरह का पैटर्न जिहड़ा वो नज़र आता सानूं। दीज आर बैंड्स, इन्हां नूं असीं कहंदे आ बैंड। हुण ये बैंड किहड़े होणगे? ये हुंदे आ विबग्यो, विबग्यो 7 कलर्स, वायलेट, इंडिगो, ब्लू, ग्रीन, येलो, ऑरेंज, रेड। दिस इज इमिशन स्पैक्ट्रा। या लोग असीं कह सकते हैं कि इमिट हुई लाइट इमिट हुई तो उन्हें एक स्पैक्ट्रा बनाया तो कॉन्टीन्यूअस स्पैक्ट्रम बनया। कॉन्टीन्यूअस का मतलब होंदा है कि एक पैटर्न हली खत्म नहीं हो रहा, दूसरा पैटर्न बन रहा, दूसरा हली खत्म नहीं हो रहा, तीसरा पैटर्न बन गया, तीसरा हली खत्म नहीं हो रहा, चौथा पैटर्न बन गया, 6वां 7वां इस तरह 5वां 6वां 7वां जिहड़ा पैटर्न बन गया। जस्ट लाइक रेनबो, रेनबो भी तुसीं देखदे हो तो वो एक पैटर्न हली खत्म नहीं होया हुंदा, दूसरा पैटर्न दूसरा कलर शुरू हो जाता, दूसरा कलर हली खत्म नहीं हो रहा, तीसरा कलर शुरू हो जाता। इस तरीके 7 कलर्स जिहड़े ने वो नज़र आने शुरू हो जाते हैं। दिस इज़ कॉन्टीन्यूअस स्पैक्ट्रम। जे असीं डिसकॉन्टीन्यूअस स्पैक्ट्रम की गल करिए तो डिसकॉन्टीन्यूअस स्पैक्ट्रम की एग्जाम्पल आ जाती है कि प्रिज्म के विचों असीं सोडियम क्लोराइड एक है इधर बर्नर बल रहा है, वायर है एक प्लैटिनम वायर वैसे बोलते हैं, वायर नूं सोडियम क्लोराइड के सलूशन चो डिप करके इत्थे रख दो, यह वायर रख, यह वायर ग्लो करेगी। देखो जो सोडियम क्लोराइड होंदा है, सोडियम आयन नूं जदों असीं हीट देने तो वो गोल्डन येलो कलर के नाल जिहड़ा वो ग्लो करता है। यह तुसीं एक्सपैरीमेंट घर कर सकते हो। गैस बर्नर बलदा होवे, तुसीं उहदे ते थोड़ा जिहा जिहड़ा कॉमन साल्ट है घर दे विच किचन दे यूज़ होंदा, उहनूं थोड़ा जिहा सुट्टोगे ना तो गोल्डन येलो फ्लेम जिहड़ी है नज़र आएगी। सिमिलरली जदों यह वायर नूं असीं डिप कर लिया सोडियम क्लोराइड के सल्यूशन दे विच, इहनूं डिप कर लिया, डिप करके इहनूं बर्नर एक बर्नर सोर्स है एनर्जी का, यह वायर नूं उहदे विच रखिया, यह ग्लो करेगी। जदों यह लाइट प्रिज्म दे विचों निकलेगी तो फोटोग्राफिक प्लेट के उत्ते यह 2 लाइनस की फॉर्म दे विच सानूं नज़र आएगी। फोटोग्राफिक प्लेट के उत्ते 2 लाइनस, और इन्हां दी लाइनस जिहड़ी है वो उन्हां दी फ्रीकुएंसी जिहड़ी है, सॉरी वेवलेंथ जिहड़ी है वो 5890 तो 5896 5890
5896 ਆਂਗਸਟ੍ਰਮ ਦੇ ਬਿਟਵੀਨ ਹੁੰਦੀ ਹੈ। ਇਹ ਜਿਹੜੀ ਵੇਵਲੈਂਥ ਹੈ ਦਿਸ ਇਜ਼ ਮੈਂਟ ਫॉर ਯੈਲੋ ਲਾਈਟ। ਹਰੇਕ ਲਾਈਟ ਦੀ ਇੱਕ ਵੱਖਰੀ ਵੇਵਲੈਂਥ ਹੁੰਦੀ ਹੈ। ਰੈੱਡ ਲਾਈਟ ਦੀ ਵੱਖਰੀ ਹੈ, ਬਲੂ ਦੀ ਵੱਖਰੀ ਹੈ, ਗ੍ਰੀਨ ਦੀ ਵੱਖਰੀ ਹੈ। ਇਹ ਯੈਲੋ ਕਲਰ ਦੀ ਜਿਹੜੀ ਹੈ ਲਾਈਟ ਦਿਸ ਇਜ਼ ਮੈਂਟ ਫॉर ਯੈਲੋ। ਇਹ ਇੱਕ ਡਿਸਕੰਟੀਨਿਊਸ ਪੈਟਰਨ, ਇੱਕ ਲਾਈਨ ਹੈ, ਇੱਕ ਲਾਈਨ ਹੈ, ਕੰਟੀਨਿਊਟੀ ਨਹੀਂ ਹੈ। ਜੇ ਇੱਕ ਦੂਸਰੇ ਦੇ ਨਾਲ ਰਲਦੇ ਮਿਲਦੇ ਹੁੰਦੇ, ਇੱਕ ਵਾਲੀ ਲਾਈਨ ਖਤਮ ਨਹੀਂ ਦੂਸਰੀ ਬਣਨੀ ਸ਼ੁਰੂ ਹੋ ਗਈ, ਉਹ ਹੁੰਦਾ ਉਹ ਫਿਰ ਕੰਟੀਨਿਊਸ ਹੀ ਬਣਨਾ ਸੀਗਾ, ਪਰ ਇਹਦਾ ਕੰਟੀਨਿਊਸ ਸਪੈਕਟਰਮ ਨਹੀਂ ਬਣਦਾ। ਦਿਸ ਇਜ਼ ਡਿਸਕੰਟੀਨਿਊਸ ਸਪੈਕਟਰਮ। ਠੀਕ ਹੈ, ਇਹ ਤਾਂ ਸੀਗੇ ਇਮਿਸ਼ਨ ਸਪੈਕਟਰਾ ਕਿ ਲਾਈਟ ਇਮਿਟ ਹੋ ਰਹੀ ਹੈ ਤੇ ਕੰਟੀਨਿਊਸ ਤੇ ਡਿਸਕੰਟੀਨਿਊਸ ਕਿਸ ਤਰ੍ਹਾਂ ਬਣਦੇ ਪਏ ਨੇ। ਦੂਸਰੀ ਮੈਂ ਟਾਈਪ ਤੁਹਾਨੂੰ ਦੱਸੀ ਸੀਗੀ ਐਬਜ਼ੌਰਪਸ਼ਨ ਸਪੈਕਟਰਮ। ਐਬਜ਼ੌਰਪਸ਼ਨ ਸਪੈਕਟਰਮ ਦੇ ਵਿੱਚ ਕੋਈ ਚੀਜ਼ ਅਬਜ਼ੌਰਬ ਹੋ ਰਹੀ ਹੈ, ਲਾਈਟ ਹੈ ਸੋਡੀਅਮ ਕਲੋਰਾਈਡ ਦੇ ਸੋਲੂਸ਼ਨ ਦੇ ਵਿੱਚੋਂ ਨਿਕਲ ਰਹੀ ਹੈ। ਦਿਸ ਇਜ਼ NaCl solution, source of light, light is coming from behind। ਤੇ ਹੁਣ ਸਲਿਟ ਦੇ ਵਿੱਚੋਂ ਦੀ ਅੱਗੇ ਸੋਡੀਅਮ ਕਲੋਰਾਈਡ ਦੇ ਸੋਲੂਸ਼ਨ ਦੇ ਵਿੱਚੋਂ ਦੀ ਨਿਕਲ ਕੇ ਲਾਈਟ ਜਿਹੜੀ ਹੈ ਸਲਿਟ ਦੇ ਵਿੱਚੋਂ ਦੀ ਹੋ ਕੇ ਤੇ ਪ੍ਰਿਜ਼ਮ ਦੇ ਵਿੱਚੋਂ ਨਿਕਲ ਰਹੀ ਹੈ। ਹੁਣ ਵੀ ਲਾਈਟ ਉਸੇ ਤਰ੍ਹਾਂ ਹੀ ਡਿਸਕੰਟੀਨਿਊਸ ਸਪੈਕਟਰਾ ਹੀ ਬਣਾਏਗੀ, ਪਰ ਲੇਕਿਨ ਇਹ ਇੱਕ ਐਬਜ਼ੌਰਪਸ਼ਨ ਸਪੈਕਟਰਾ ਹੋਏਗਾ 58-90 ਐਂਗਸਟ੍ਰਮ ਤੋਂ 58-96 ਐਂਗਸਟ੍ਰਮ। ਇਹਨੇ ਸੋਡੀਅਮ ਕਲੋਰਾਈਡ ਨੇ ਲਾਈਟ ਅਬਜ਼ੌਰਬ ਕੀਤੀ, ਬਾਕੀ ਦੀ ਲਾਈਟ ਅਬਜ਼ੌਰਬ ਕਰ ਲਈ, ਯੈਲੋ ਲਾਈਟ ਅੱਗੇ ਭੇਜ ਦਿੱਤੀ ਸੋਡੀਅਮ ਕਲੋਰਾਈਡ। ਐਸੇ ਕਰਕੇ ਮੈਂ ਸੋਡੀਅਮ ਕਲੋਰਾਈਡ ਦੀ ਐਗਜ਼ਾਮਪਲ ਤੁਹਾਨੂੰ ਇਹਦੇ ਦੱਸ ਦਿੱਤੀ ਕਿ ਸੋਡੀਅਮ ਕਲੋਰਾਈਡ ਦੀ ਤੁਹਾਨੂੰ ਬੇਸਿਕ ਐਗਜ਼ਾਮਪਲ ਵੀ ਦੱਸ ਦਿੱਤੀ ਕਿ ਸੋਡੀਅਮ ਕਲੋਰਾਈਡ ਆਮ ਜਿਹੜਾ ਕਾਮਨ ਸਾਲਟ ਹੈ, ਤੁਸੀਂ ਗੈਸ ਬਰਨਰ ਦੇ ਉੱਤੇ ਬਾਲ ਕੇ ਉਹਨੂੰ ਉਹਦੇ ਉੱਤੇ ਥੋੜ੍ਹਾ ਜਿਹਾ ਸੁੱਟੋਗੇ ਤੇ ਗੋਲਡਨ ਯੈਲੋ ਫਲੇਮ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਦੇਖੋ ਲਾਈਟ ਦਾ ਵੀ ਫੰਡਾਮੈਂਟਲ ਚੀਜ਼ ਉਹੀ ਹੈ ਕਿ ਲਾਈਟ ਸਾਨੂੰ ਕਲਰ ਉਹੀ ਨਜ਼ਰ ਆਉਂਦਾ, ਜਿਹੜੇ ਬਾਕੀ ਦੀ ਚੀਜ਼ਾਂ ਅਬਜ਼ੌਰਬ ਹੋ ਜਾਣ ਤੇ ਦੂਸਰਾ ਕਲਰ ਜਿਹੜਾ ਉਹ ਨਿਕਲ ਜਾਂਦਾ। ਉਸੇ ਤਰ੍ਹਾਂ ਇਹ ਐਬਜ਼ੌਰਪਸ਼ਨ ਸਪੈਕਟਰਮ ਹੈ, ਉਹਨੇ ਬਾਕੀ ਦੀ ਲਾਈਟ ਦੇ ਬਾਕੀ ਦੇ ਕਲਰ ਸਾਰੇ ਅਬਜ਼ੌਰਬ ਕਰ ਲਏ, ਯੈਲੋ ਕਲਰ ਜਿਹੜਾ ਉਹ ਉਹਨੇ ਜਿਹੜਾ ਉਹ ਅੱਗੇ ਭੇਜ ਦਿੱਤਾ ਤੇ ਯੈਲੋ ਕਲਰ ਜਦੋਂ ਪ੍ਰਿਜ਼ਮ ਦੇ ਵਿੱਚੋਂ ਨਿਕਲਿਆ, ਜਿਸ ਤਰ੍ਹਾਂ ਇੱਥੇ ਯੈਲੋ ਕਲਰ ਪ੍ਰਿਜ਼ਮ ਦੇ ਵਿੱਚੋਂ ਨਿਕਲਿਆ ਸੀ, ਡਿਸਕੰਟੀਨਿਊਸ ਸਪੈਕਟਰਮ ਬਣਿਆ ਸੀਗਾ 5890 5890 to 5896 ਐਂਗਸਟ੍ਰਮ ਦੇ ਇਨ ਬਿਟਵੀਨ। ਦੋ ਲਾਈਨ ਸਪੈਕਟਰਮ, ਇਹਨਾਂ ਨੂੰ ਅਸੀਂ ਲਾਈਨ ਸਪੈਕਟਰਮ ਵੀ ਬੋਲਦੇ ਹਾਂ। ਦੋ ਲਾਈਨ ਸਪੈਕਟਰਮ ਜਿਹੜੇ ਉਹ ਬਣੇ ਸੀਗੇ। ਦਿਸ ਇਜ਼ ਆਲ ਅਬਾਊਟ ਐਬਜ਼ੌਰਪਸ਼ਨ ਸਪੈਕਟਰਮ ਐਂਡ ਦੈਟ ਵਾਜ਼ ਇਮਿਸ਼ਨ ਸਪੈਕਟਰਮ। ਇਮਿਸ਼ਨ ਦੇ ਵਿੱਚ ਕੰਟੀਨਿਊਸ ਤੇ ਡਿਸਕੰਟੀਨਿਊਸ, ਐਬਜ਼ੌਰਪਸ਼ਨ ਦੇ ਵਿੱਚ ਕਿ ਲਾਈਟ ਐਬਜ਼ੌਰਬ ਹੋਈ ਪਹਿਲੇ ਸੋਡੀਅਮ ਕਲੋਰਾਈਡ ਸੋਲੂਸ਼ਨ 'ਚ, ਉਸ ਤੋਂ ਬਾਅਦ ਬਾਕੀ ਦੀ ਲਾਈਟ ਐਬਜ਼ੌਰਬ ਹੋ ਗਈ, ਯੈਲੋ ਕਲਰ ਜਿਹੜਾ ਉਹ ਅੱਗੇ ਨਿਕਲ ਗਿਆ ਡਿਊ ਟੂ ਸੋਡੀਅਮ ਆਇਨਸ। ਠੀਕ ਹੈ, ਇਹਦੀ ਡਿਟੇਲ ਜਿਹੜੀ ਹੈ ਉਹ ਕਰਨ ਦੀ ਲੋੜ ਨਹੀਂ ਹੈ, ਇਹ ਇੰਨਾ ਹੀ ਜਿਹੜਾ ਉਹ ਤੁਹਾਡੇ ਸਿਲੇਬਸ ਦਾ ਹਿੱਸਾ ਹੈ, ਇਸ ਕਰਕੇ ਇਹਨੂੰ ਇੰਨਾ ਹੀ ਤੁਸੀਂ ਜਿਹੜਾ ਉਹ ਕਰਨਾ ਹੈ। ਡਾਇਗਰਾਮੈਟਿਕ ਹੈ, ਡਾਇਗਰਾਮਸ ਤੁਸੀਂ ਬੁੱਕ 'ਚ ਵੀ ਦੇਖ ਸਕਦੇ ਹੋ, ਇੱਥੇ ਵੀ ਅੱਛੀ ਤਰ੍ਹਾਂ ਦੇਖ ਲਓ। ਇਹਦੇ ਤੋਂ ਬਾਅਦ ਜਿਹੜਾ ਉਹ ਐਕਸਪੈਰੀਮੈਂਟਸ ਜਿਹੜੇ ਨੇ ਉਹ ਹਾਈਡਰੋਜਨ ਗੈਸ ਦੇ ਉੱਤੇ ਹੋਏ ਸੀਗੇ, ਉਹਨੂੰ ਅਸੀਂ ਕਹਿੰਦੇ ਆ ਪ੍ਰੋਪਰ ਲਾਈਨ ਸਪੈਕਟਰਾ। ਇਹ ਲਾਈਨ ਟਾਈਪ ਸੀਗਾ ਅਬਜ਼ੌਰਪਸ਼ਨ ਸਪੈਕਟਰਾ ਜਾਂ ਜਿਹੜਾ ਡਿਸਕੰਟੀਨਿਊਸ ਸਪੈਕਟਰਾ, ਲਾਈਨਾਂ ਦੇ ਫਾਰਮ ਦੇ ਵਿੱਚ ਹੈ, ਪਰ ਅਸਲੀ ਲਾਈਨ ਸਪੈਕਟਰਾ ਜਿਹੜਾ ਉਹ ਹਾਈਡਰੋਜਨ ਗੈਸ ਦੇ ਉੱਤੇ ਐਕਸਪੈਰੀਮੈਂਟ ਹੋਇਆ ਸੀਗਾ। ਉਹਦੀ ਹੁਣ ਡਿਸਕਸ਼ਨ ਜਿਹੜੀ ਹੈ ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਉਹ ਕਾਫੀ ਇੰਪੋਰਟੈਂਟ ਹੈ ਕਿਉਂਕਿ ਉਹਦੇ ਤੋਂ ਹੀ ਅੱਗੇ ਜਿਹੜਾ ਬੋਰ ਦਾ ਜਿਹੜਾ ਐਟੋਮਿਕ ਸਟਰਕਚਰ ਜਿਹੜਾ ਬੋਰ ਦੇ ਸਾਨੂੰ ਦਿੱਤਾ ਸੀਗਾ ਕਿ ਫਿਕਸਡ ਆਰਬਿਟ ਦੇ ਵਿੱਚ ਇਲੈਕਟ੍ਰੋਨ ਮੂਵ ਕਰਦੇ ਨੇ, ਉਹਦੇ ਕੁਝ ਐਵੀਡੈਂਸਿਸ ਜਿਹੜੇ ਨੇ ਉਹ ਬੋਰ ਦੇ ਐਟੋਮਿਕ ਸਟਰਕਚਰ ਬਾਰੇ ਮਿਲੇ ਸੀਗੇ। ਠੀਕ ਹੈ, ਅੱਜ ਵਾਲਾ ਲੈਕਚਰ ਵਿਊ ਕਰੋ, ਉਹਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਇਹਨੂੰ ਜਿਹੜਾ ਵੀ ਤੁਹਾਨੂੰ ਕੰਮ ਦਿੱਤਾ ਜਾਂਦਾ ਬੜੇ ਧਿਆਨ ਦੇ ਨਾਲ ਇਹਦੇ ਨੋਟਸ ਬਣਾਓ, ਇਹਦੇ ਪੁਆਇੰਟਸ ਲਿਖਿਆ ਕਰੋ, ਤਾਂ ਜੋ ਤੁਹਾਨੂੰ ਬਾਅਦ 'ਚ ਜਦੋਂ ਕੰਪਾਈਲ ਕਰਨਾ ਲੈਸਨ ਉਹ ਥੋੜ੍ਹੀ ਆਸਾਨੀ ਹੋਵੇ, ਕਿਉਂਕਿ ਲੈਸਨ ਲੰਬਾ, ਇਹਦੇ 'ਚ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆ ਜਾਣੀਆਂ ਨੇ। ਠੀਕ ਹੈ, ਅੱਜ ਲਈ ਸਿਰਫ ਇੰਨਾ ਹੀ। ਨੈਕਸਟ ਲੈਕਚਰ ਦੇ ਵਿੱਚ ਲਾਈਨ ਸਪੈਕਟਰਮ ਦੀ ਗੱਲ ਹੋਏਗੀ, ਹਾਈਡਰੋਜਨ ਸਪੈਕਟਰਮ ਦੀ ਗੱਲ ਹੋਏਗੀ, ਉਹ ਅਸੀਂ ਨੈਕਸਟ ਲੈਕਚਰ 'ਚ ਕਰਾਂਗੇ। ਥੈਂਕ ਯੂ ਵੈਰੀ ਮਚ।